Hello students, I'm Sukhvinder Kaur from Department of Economics, GGTST College हरियाणा ਹੁਸ਼ਿਆਰਪੁਰ। ਅੱਜ ਇਸ ਲੈਕਚਰ ਵਿੱਚ ਅਸੀਂ ਕਰਨ ਜਾ ਰਹੇ ਹਾਂ ਸੋਸ਼ਲ ਡਿਊਲਿਜ਼ਮ ਦੇ ਸਿੱਟੇ, ਇੰਪਲੀਕੇਸ਼ਨਸ ਆਫ ਸੋਸ਼ਲ ਡਿਊਲਿਜ਼ਮ ਜੋ ਪ੍ਰੋਫੈਸਰ ਬੋਇਕੇ ਦੁਆਰਾ ਦਿੱਤਾ ਗਿਆ ਔਰ ਜਿਸ ਨੂੰ ਆਪਾਂ ਡਿਊਲਿਜ਼ਮ ਦੇ ਕਨਸੈਪਟ ਨੂੰ ਲਾਸਟ ਲੈਕਚਰ ਤੋਂ ਸ਼ੁਰੂ ਕੀਤਾ ਹੋਇਆ। ਔਰ ਅੱਜ ਅਸੀਂ ਕਰਾਂਗੇ ਕਿ ਸੋਸ਼ਲ ਡਿਊਲਿਜ਼ਮ ਜਿਹੜਾ ਜਿਹਦੇ ਵਿੱਚ ਆਪਾਂ ਕੱਲ੍ਹ ਦੇਖਿਆ ਸੀਗਾ ਕਿ ਉਹਦੇ ਵਿੱਚ ਵਿਸ਼ੇਸ਼ਤਾਵਾਂ ਕਿ ਉਹਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਲੋਕਾਂ ਦੀਆਂ ਔਰ ਜਿਹੜੀ ਇੰਪੋਰਟੈਂਸ ਜ਼ਿਆਦਾ ਉਹ ਸੋਸ਼ਲ ਨੀਡਸ ਨੂੰ ਦਿੱਤੀ ਜਾਂਦੀ ਹੈ ਐਂਡ ਪ੍ਰੋਫਿਟ ਮੋਟਿਵ ਦੀ ਕਮੀ ਪਾਈ ਜਾਂਦੀ ਆ। ਆਰਗੇਨਾਈਜੇਸ਼ਨ ਜਿਹੜੀ ਆ ਉਹ ਪ੍ਰੋਪਰ ਨਹੀਂ ਹੁੰਦੀ ਅਤੇ ਲੇਬਰ ਔਰਗੇਨਾਈਜ਼ ਨਹੀਂ ਹੁੰਦੀ। ਅੱਜ ਅਸੀਂ ਕਰਾਂਗੇ ਕਿ ਸੋਸ਼ਲ ਦਵੈਤਵਾਦ ਦੇ ਸਿੱਟੇ ਕੀ ਨਿਕਲਦੇ ਆ। ਸਿੱਟੇ ਜਿਹੜੇ ਸੋਸ਼ਲ ਡਿਊਲਿਜ਼ਮ ਦੇ ਨਿਕਲਦੇ, ਫਸਟ ਹੈਗਾ ਨੋਨ ਐਪਲੀਕੇਬਿਲਿਟੀ ਆਫ ਦਾ ਪ੍ਰਿੰਸੀਪਲਸ ਆਫ ਡਿਵੈਲਪਡ ਇਕੋਨਮੀਜ਼ ਔਰ ਅੰਡਰ ਡਿਵੈਲਪਡ ਇਕੋਨਮੀਜ਼। ਜਿਸ ਤਰ੍ਹਾਂ ਪ੍ਰੋਫੈਸਰ ਬੋਇਕੇ ਨੇ ਪੂਰਬ ਅਤੇ ਪੱਛਮ ਈਸਟ ਐਂਡ ਵੈਸਟ ਕਰਕੇ ਐਕਸਪਲੇਨ ਕੀਤਾ ਸੀਗਾ ਸੋਸ਼ਲ ਡਿਊਲਿਜ਼ਮ ਨੂੰ। ਇੱਕ ਈਸਟ ਹੈਗਾ ਜਿੱਥੇ ਅੰਡਰ ਡਿਵੈਲਪਡ ਜਿਹੜਾ ਏਰੀਆ ਹੁੰਦਾ ਅਤੇ ਇੱਕ ਵੈਸਟ ਆ ਜਿਹਨੂੰ ਉਸਨੇ ਡਿਵੈਲਪਡ ਏਰੀਆ ਮੰਨਿਆ। ਪਰ ਹੁਣ ਇੱਥੇ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਡਿਊਲਿਜ਼ਮ ਪਾਇਆ ਜਾਂਦਾ ਤਾਂ ਉਸ ਵੇਲੇ ਡਿਵੈਲਪਡ ਏਰੀਆ ਵਾਲੇ ਜਿਹੜੇ ਕੰਸੈਪਟਸ ਹੈਗੇ ਆ, ਥਿਊਰੀਜ਼ ਹੈਗੀਆਂ, ਉਹ ਅੰਡਰ ਡਿਵੈਲਪ ਏਰੀਏ 'ਚ ਅਪਲਾਈ ਨਹੀਂ ਹੁੰਦੀਆਂ ਅਤੇ ਅੰਡਰ ਡਿਵੈਲਪ ਏਰੀਆ ਵਾਲੀਆਂ ਜਿਹੜੀਆਂ ਥਿਊਰੀਜ਼, ਅੰਡਰ ਡਿਵੈਲਪ ਕੰਟਰੀਜ਼ ਦੀਆਂ ਥਿਊਰੀਜ਼, ਉਹ ਡਿਵੈਲਪਡ ਕੰਟਰੀਜ਼ ਦੇ ਵਿੱਚ, ਡਿਵੈਲਪ ਏਰੀਏ ਦੇ ਵਿੱਚ ਐਪਲੀਕੇਬਲ ਨਹੀਂ ਹੁੰਦੀਆਂ। ਇਸ ਲਈ ਇੱਕ ਹੀ ਕੰਟਰੀ ਦੇ ਵਿੱਚ ਸਾਨੂੰ ਅਲੱਗ-ਅਲੱਗ ਥਿਊਰੀਜ਼ ਜਿਹੜੀਆਂ ਈਸਟ ਐਂਡ ਵੈਸਟ ਦੇ ਲਈ ਅਡੋਪਟ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ। ਜਦ ਕਿ ਅਸੀਂ ਥਿਊਰੀ ਇੱਕ ਅਡੋਪਟ ਕਰਦੇ ਹਾਂ, ਉਹਦੇ ਕਰਕੇ ਫਿਰ ਡਿਵੈਲਪਮੈਂਟ ਦੀ ਜਿਹੜੀ ਸਮੱਸਿਆ ਹੈ, ਜਿਹੜੀ ਵਿਕਾਸ ਦੀ ਸਮੱਸਿਆ ਹੈ, ਉਹ ਸਾਡੇ ਸਾਹਮਣੇ ਆਉਂਦੀ ਹੈ। ਨੈਕਸਟ ਹੈਗਾ ਜੀ ਨਿਰਾਸ਼ਾਵਾਦੀ। ਪ੍ਰੋਫੈਸਰ ਬੋਇਕੇ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੀ ਪੂਰਬੀ ਅਰਥ ਵਿਵਸਥਾ ਹੁੰਦੀ ਹੈ, ਜਿਹੜੀ ਈਸਟ ਵਾਲੀ ਅਰਥ ਵਿਵਸਥਾ ਹੁੰਦੀ ਹੈ, ਉਹ ਨਿਰਾਸ਼ਾਵਾਦੀ ਹੁੰਦੀ ਹੈ ਅਤੇ ਪੱਛਮੀ ਅਰਥ ਵਿਵਸਥਾ ਜਿਹੜੀ ਆ ਉਹ ਉਹਦੇ ਵਿਕਾਸ ਦੇ ਲਈ ਵੀ ਉਹ ਜਿਹੜੀ ਪੂਰਬੀ ਅਰਥ ਵਿਵਸਥਾ ਈਸਟ ਦੀ ਇਕੋਨਮੀ ਆ, ਮੀਨਸ ਜਿਹਨੂੰ ਅਸੀਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੇ ਅੰਡਰ ਡਿਵੈਲਪ ਲੋਕ ਹੁੰਦੇ ਉਹ ਕਿਸਮਤਵਾਦੀ ਹੁੰਦੇ ਆ। ਅੰਡਰ ਡਿਵੈਲਪ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਕਿਸਮਤਵਾਦੀ ਹੁੰਦੇ ਆ ਅਤੇ ਉਹ ਡਿਵੈਲਪ ਏਰੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਾਂ ਉਸ ਏਰੀਏ ਦੀ ਡਿਵੈਲਪਮੈਂਟ ਨੂੰ ਵੀ ਨੈਗੇਟਿਵਲੀ ਇੰਪੈਕਟ ਕਰਦੇ ਆ। ਨੈਕਸਟ ਹੈਗਾ ਜੀ ਟ੍ਰੈਡੀਸ਼ਨਲ ਨੇਚਰ ਆਫ ਆਰਗੇਨਾਈਜੇਸ਼ਨ ਪ੍ਰੋਪਰ ਪਾਈ ਨਹੀਂ ਜਾਂਦੀ। ਈਸਟ ਮੀਨਸ ਅੰਡਰ ਡਿਵੈਲਪ ਏਰੀਏ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਆ ਉਹ ਪ੍ਰੋਪਰ ਨਹੀਂ ਹੁੰਦੀ, ਜਿਹੜੇ ਤੁਹਾਡੇ ਇੰਡਸਟਰੀ ਆ ਉਹ ਕੁਸ਼ਲ ਨਹੀਂ ਹੁੰਦੀ, ਤੁਹਾਡੇ ਵਰਕਰਸ ਜਿਹੜੇ ਆ ਉਹ ਸਕਿਲਡ ਨਹੀਂ ਹੁੰਦੇ। ਇਹਦੇ ਨਾਲ ਵੀ ਫਿਰ ਤੁਹਾਡੀ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹਦੇ ਉੱਪਰ ਨੈਗੇਟਿਵ ਇੰਪੈਕਟ ਪੈਂਦਾ। ਦੈਨ ਲੈਕ ਆਫ ਟੈਕਨੋਲੋਜੀਕਲ ਡਿਵੈਲਪਮੈਂਟ। ਅਲਵਿਕਸਿਤ ਅਰਥ ਵਿਵਸਥਾ ਦੇ ਵਿੱਚ ਉਨਤ ਤਕਨੀਕਾਂ ਦਾ ਪ੍ਰਭਾਵ ਪਾਇਆ ਜਾਂਦਾ। ਇਸੇ ਕਾਰਨ ਹੀ ਜੇਕਰ ਈਸਟ ਦਾ ਉਦਮੀ ਤਕਨੀਕੀ ਖੇਤਰ ਵਿੱਚ ਵਿਕਸਿਤ ਦੇਸ਼ਾਂ ਦੇ ਉਦਮੀਆਂ ਨਾਲ ਪ੍ਰਤੀਯੋਗਤਾ ਕਰਦਾ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਖਰਚ ਕਰਨਾ ਪਏਗਾ ਅਤੇ ਉਹਦੇ ਨਾਲ ਉਹਦੀ ਕੋਸਟ ਵੱਧ ਜਾਏਗੀ। ਮੀਨਸ ਜੇ ਡਿਊਲਿਜ਼ਮ ਦੇ ਵਿੱਚ ਆਪਾਂ ਉਹ ਇਕੋਨਮੀ ਦੇ ਵਿੱਚ ਲੈ ਕੇ ਵੀ ਆਉਂਦੇ ਹਾਂ ਤਾਂ ਸਾਡੀ ਉਹਦੇ ਨਾਲ ਬਹੁਤ ਜ਼ਿਆਦਾ ਕੋਸਟ ਜਿਹੜੀ ਉਹ ਵੱਧ ਜਾਏਗੀ ਔਰ ਕੋਸਟ ਨਾ ਵਧੇ ਇਸ ਲਈ ਆਪਾਂ ਪੁਰਾਣੀ ਟੈਕਨੋਲੋਜੀ ਦੇ ਉੱਤੇ ਹੀ ਰਹਿ ਜਾਂਦੇ ਹਾਂ, ਜਿਹਦੇ ਨਾਲ ਟੈਕਨੋਲੋਜੀਕਲ ਡਿਵੈਲਪਮੈਂਟ ਜਿਹੜੀ ਆ ਉਹ ਨਹੀਂ ਹੋ ਪਾਉਂਦੀ। ਨੈਕਸਟ ਹੈਗਾ ਅਨਪਲਾਈਮੈਂਟ। ਪ੍ਰੋਫੈਸਰ ਬੋਇਕੇ ਨੇ ਕਿਹਾ ਸੀਗਾ ਕਿ ਅੰਡਰ ਡਿਵੈਲਪ ਇਕੋਨਮੀ ਦੇ ਵਿੱਚ 5 ਪ੍ਰਕਾਰ ਦੀ ਅਨਪਲਾਈਮੈਂਟ ਪਾਈ ਜਾਂਦੀ। ਸਭ ਤੋਂ ਪਹਿਲਾਂ ਤਾਂ ਸੀਜ਼ਨਲ, ਕਿ ਇੱਕ ਸੀਜ਼ਨ ਦੇ ਵਿੱਚ ਲੋਕਾਂ ਨੂੰ ਕੰਮ ਮਿਲਿਆ ਹੋਇਆ, ਅਗਲੇ ਸੀਜ਼ਨ ਦੇ ਵਿੱਚ ਨਹੀਂ ਮਿਲਿਆ ਹੋਇਆ। ਅਚਾਨਕ ਮਜ਼ਦੂਰਾਂ ਵਿੱਚ ਬੇਰੁਜ਼ਗਾਰੀ। ਅਚਾਨਕ ਜਦੋਂ ਬੇਰੁਜ਼ਗਾਰੀ ਆ ਜਾਂਦੀ ਹੈ ਪੇਂਡੂ ਖੇਤਰ ਤੋਂ ਬਾਹਰ ਬੇਗਾਨਾ ਅਤੇ ਦੂਜੇ ਸਥਾਈ ਉਦਯੋਗਾਂ ਵਿੱਚ ਸਥਾਈ ਰੂਪ ਨਾਲ ਜਿਹੜੇ ਕੰਮ ਕਰਦੇ ਆ, ਕੇਵਲ ਉਹਨਾਂ ਦੇ ਵਿੱਚ ਵੀ ਅਚਾਨਕ ਜਿਹੜੀ ਬੇਰੁਜ਼ਗਾਰੀ ਆ ਜਾਂਦੀ ਹੈ। ਦੈਨ ਪੜ੍ਹੇ ਲਿਖੇ ਬੇਰੁਜ਼ਗਾਰ, ਸ਼ਹਿਰੀ ਪੜ੍ਹੇ ਲਿਖੇ ਬੇਰੁਜ਼ਗਾਰ ਵੀ ਹੁੰਦੇ ਆ। ਉਸ ਤੋਂ ਬਾਅਦ ਜੁਰੇਸ਼ੀਅਨ ਬੇਰੁਜ਼ਗਾਰ ਵੀ ਐਂਡ ਉਸ ਤੋਂ ਬਾਅਦ ਗ੍ਰਾਮੀਣ ਬੇਰੁਜ਼ਗਾਰ ਵੀ ਹੈ। ਔਰ ਇਹ ਸਾਰੀ ਤਰ੍ਹਾਂ ਦੀਆਂ ਬੇਰੁਜ਼ਗਾਰੀ ਦੀਆਂ ਜਿਹੜੀਆਂ ਕਿਸਮਾਂ ਆ ਇਹ ਵਿਕਸਿਤ ਏਰੀਏ ਦੇ ਵਿੱਚ ਪਾਈਆਂ ਜਾਂਦੀਆਂ ਅਤੇ ਵਿਕਸਿਤ ਏਰੀਆ ਜਿਹੜਾ ਜਿਹਨੂੰ ਅਸੀਂ ਪੱਛਮੀ ਅਰਥ ਵਿਵਸਥਾ ਕਹਿੰਦੇ ਆ ਉਹਨੂੰ ਵੀ ਪ੍ਰਭਾਵਿਤ ਕਰਦਾ ਆ। ਦੈਨ ਨੈਕਸਟ ਨੇਚਰ ਆਫ ਲੇਬਰ ਜਿਹੜੀ ਅੰਡਰ ਡਿਵੈਲਪ ਏਰੀਏ ਦੀ ਅਨਪੜ੍ਹ, ਗਰੀਬ, ਕਿਸਮਤਵਾਦੀ ਹੁੰਦੀ ਹੈ ਅਤੇ ਅਸੰਗਠਿਤ ਹੁੰਦੀ ਆ ਅਤੇ ਪ੍ਰਗਤੀਸ਼ੀਲ ਨਹੀਂ ਹੁੰਦੀ। ਨੈਕਸਟ ਐਗਰੀਕਲਚਰ। ਪੱਛਮੀ ਦੇਸ਼ਾਂ ਦੇ ਆਰਥਿਕ ਸਿਧਾਂਤਾਂ ਨਾਲ ਪੁਰਾਣੇ ਦੇਸ਼ਾਂ ਦੀ ਖੇਤੀ ਵਿੱਚ ਕੋਈ ਸੁਧਾਰ, ਪੁਰਾਣੀ ਨਾਲ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਆ ਉਹਨਾਂ ਦੀ ਖੇਤੀ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਕਿਉਂਕਿ ਪੱਛਮੀ ਦੇਸ਼ਾਂ ਦੀ ਜਿਹੜੀ ਇਕੋਨਮੀ ਆ ਉਹ ਹੋਰ ਤਰ੍ਹਾਂ ਦੀ ਹੁੰਦੀ ਆ, ਉਹ 'ਤੇ ਹੋਰ ਰੂਲ ਅਪਲਾਈ ਹੁੰਦੇ ਆ। ਉਹਨਾਂ ਰੂਲਸ ਨੂੰ ਤੁਸੀਂ ਇੱਧਰ ਆ ਕੇ ਅਪਲਾਈ ਨਹੀਂ ਕਰ ਸਕਦੇ ਅਤੇ ਐਗਰੀਕਲਚਰ ਨੂੰ ਮੋਡਰਨਾਈਜ਼ ਕਰਨਾ ਔਖਾ ਹੋ ਜਾਂਦਾ। ਸੇਮ ਇਸੇ ਤਰ੍ਹਾਂ ਇੰਡਸਟਰੀ ਦੇ ਕੇਸ ਦੇ ਵਿੱਚ ਵੀ ਹੁੰਦਾ ਕਿ ਉੱਥੇ ਦੀਆਂ ਟੈਕਨੀਕਸ ਤੁਸੀਂ ਇੱਧਰ ਅਪਲਾਈ ਨਹੀਂ ਕਰ ਪਾਉਂਦੇ, ਜਿਸ ਦੇ ਨਾਲ ਇੱਥੇ ਵੀ ਜਿਹੜੀ ਡਿਵੈਲਪਮੈਂਟ ਆ ਉਹ ਪੋਸੀਬਲ ਨਹੀਂ ਹੁੰਦੀ। ਹੁਣ ਦੇਖੋ ਪ੍ਰੋਬਲਮ ਇਹ ਨਹੀਂ ਆ, ਇੱਕ ਤਾਂ ਥਿਊਰੀ ਅੰਡਰ ਡਿਵੈਲਪ ਕੰਟਰੀ ਲਈ ਬਣੀ ਹੈ, ਇੱਕ ਥਿਊਰੀ ਡਿਵੈਲਪ ਕੰਟਰੀ ਲਈ ਬਣੀ ਹੈ। ਇਹ ਦੋਨੋਂ ਥਿਊਰੀਜ਼ ਤੁਹਾਡੇ ਵਿਕਾਸ ਲਈ ਬਣੀਆਂ ਹੋਈਆਂ, ਪਰ ਚੱਕਰ ਹੁਣ ਇਹ ਹੈ ਕਿ ਇਹ ਜਿਹੜੀ ਡਿਊਲਿਸਟਿਕ ਇਕੋਨਮੀ ਆ,
ਡਿਊਲਿਜ਼ਮ ਜਿੱਥੇ ਪਾਇਆ ਜਾਂਦਾ ਉੱਥੇ ਇੱਕ ਹੀ ਇਕੋਨਮੀ ਦੇ ਵਿੱਚ ਦੋਨੋਂ ਤਰ੍ਹਾਂ ਦੇ ਅੰਡਰ ਡਿਵੈਲਪ ਅਤੇ ਡਿਵੈਲਪ ਏਰੀਆ ਪਾਏ ਜਾਣਗੇ। ਹੁਣ ਉੱਥੇ ਪ੍ਰੋਬਲਮ ਇਹ ਆਉਂਦੀ ਹੈ ਕਿ ਤੁਸੀਂ ਥਿਊਰੀ ਅੰਡਰ ਡਿਵੈਲਪ ਕੰਟਰੀ ਦੀ ਅਡੋਪਟ ਕਰਨੀ ਹੈ ਜਾਂ ਡਿਵੈਲਪ ਕੰਟਰੀ ਦੀ ਅਡੋਪਟ ਕਰਨੀ ਹੈ। ਇਹ ਜਿਹੜੀ ਸਮਾਜਿਕ ਦਵੈਤਵਾਦ ਜਿੱਥੇ ਪਾਇਆ ਜਾਂਦਾ ਉੱਥੇ ਇਹ ਵਾਲੀਆਂ ਪ੍ਰੋਬਲਮਸ ਪਾਈਆਂ ਜਾਂਦੀਆਂ। ਨੈਕਸਟ ਜਿਹੜਾ ਟੋਪਿਕ ਇਹਦੇ ਵਿੱਚ ਅਸੀਂ ਅਗਲਾ ਕਰਨਾ ਹੈਗਾ ਕ੍ਰਿਟਿਸਿਜ਼ਮ ਆਫ ਸੋਸ਼ਲ ਡਿਊਲਿਜ਼ਮ। ਕ੍ਰਿਟਿਸਿਜ਼ਮ ਆਫ ਸੋਸ਼ਲ ਡਿਊਲਿਜ਼ਮ ਪ੍ਰੋਫੈਸਰ ਬੋਇਕੇ ਨੇ ਜਿਹੜਾ ਸਾਨੂੰ ਸੋਸ਼ਲ ਡਿਊਲਿਜ਼ਮ ਦੇ ਬਾਰੇ ਦੱਸਿਆ, ਉਸ ਦੀਆਂ ਕੁਝ ਇੱਕ ਆਲੋਚਨਾਵਾਂ, ਕੁਛ ਇੱਕ ਉਸ ਦੀਆਂ ਜਿਹੜੇ ਨੈਗੇਟਿਵ ਪੁਆਇੰਟਸ ਦਿੱਤੇ ਆ ਪ੍ਰੋਫੈਸਰ ਹਿੰਗਸ ਨੇ। ਉਹਨਾਂ ਨੇ ਇਸ ਆਧਾਰ 'ਤੇ ਇਹਦੀ ਆਲੋਚਨਾ ਕੀਤੀ। ਸਭ ਤੋਂ ਪਹਿਲਾਂ ਲੋੜਾਂ ਸੀਮਿਤ ਨਹੀਂ ਹੁੰਦੀਆਂ। ਜਿਸ ਤਰ੍ਹਾਂ ਵਿਸ਼ੇਸ਼ਤਾਵਾਂ ਦੇ ਵਿੱਚ ਅਸੀਂ ਕੱਲ੍ਹ ਵਾਲੇ ਲੈਕਚਰ ਦੇ ਵਿੱਚ ਕੀਤਾ ਸੀਗਾ ਕਿ ਬੋਇਕੇ ਕਹਿੰਦੇ ਆ ਕਿ ਜਿਹੜਾ ਤੁਹਾਡਾ ਅੰਡਰ ਡਿਵੈਲਪ ਏਰੀਆ ਹੁੰਦਾ ਉੱਥੇ ਲੋੜਾਂ ਸੀਮਿਤ ਹੁੰਦੀਆਂ, ਪਰ ਪ੍ਰੋਫੈਸਰ ਹਿੰਗਸ ਦਾ ਮੰਨਣਾ ਸੀ ਕਿ ਕਦੀ ਵੀ ਲੋੜਾਂ ਜਿਹੜੀਆਂ ਉਹ ਸੀਮਿਤ ਨਹੀਂ ਹੁੰਦੀਆਂ, ਉਹਨਾਂ ਨੂੰ ਪੂਰੀਆਂ ਕਰਨ ਲਈ ਸਾਧਨ ਸਾਡੇ ਕੋਲ ਸੀਮਿਤ ਹੁੰਦੇ ਆ। ਅਦਰਵਾਈਜ਼ ਲੋੜਾਂ ਨੂੰ ਪੂਰੀਆਂ ਕਰਨ ਦੀ ਸਮੱਸਿਆ ਹਮੇਸ਼ਾ ਬਣੀ ਰਹਿੰਦੀ ਆ। ਔਰ ਨੈਕਸਟ ਹੈਗਾ ਸੀਗਾ ਦਵੈਤਵਾਦ ਕੇਵਲ ਪੂਰਬੀ ਦੇਸ਼ਾਂ ਦੀ ਵਿਸ਼ੇਸ਼ਤਾ ਨਹੀਂ ਹੈ, ਕਿ ਜਿਹੜਾ ਦਵੈਤਵਾਦ ਆ ਡਿਊਲਿਜ਼ਮ ਇਜ਼ ਨਾਟ ਪਾਰਟੀਕੂਲਰ ਟੂ ਈਸਟਰਨ ਕੰਟਰੀਜ਼। ਡਿਊਲਿਜ਼ਮ ਆ ਜਿਹੜਾ ਉਹ ਸਿਰਫ ਈਸਟਰਨ ਕੰਟਰੀਜ਼ ਦੇ ਵਿੱਚ ਹੀ ਨਹੀਂ ਬਲਕਿ ਕਿਤੇ ਵੀ ਪਾਇਆ ਜਾ ਸਕਦਾ। ਜ਼ਰੂਰੀ ਨਹੀਂ ਹੈ ਕਿ ਸਿਰਫ ਡਿਊਲਿਜ਼ਮ ਆ ਜਿਹੜਾ ਅੰਡਰ ਡਿਵੈਲਪ ਇਕੋਨਮੀਜ਼ ਦੇ ਵਿੱਚ ਵੀ ਪਾਇਆ ਜਾਂਦਾ, ਕੇਵਲ ਡਿਵੈਲਪ ਇਕੋਨਮੀਜ਼ ਦੇ ਵਿੱਚ ਵੀ ਜਿਹੜਾ ਡਿਊਲਿਜ਼ਮ ਆ ਉਹ ਪਾਇਆ ਜਾ ਸਕਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਉੱਥੇ ਜ਼ਿਆਦਾ ਏਰੀਆ ਜਿਹੜਾ ਉਹ ਡਿਵੈਲਪਡ ਅਤੇ ਥੋੜ੍ਹਾ ਜਿਹਾ ਅੰਡਰ ਡਿਵੈਲਪਡ ਹੋਵੇ। ਅਤੇ ਨੈਕਸਟ ਹੈਗਾ ਅਨਰੀਅਲਿਸਟਿਕ ਵਿਊ ਆਫ ਦੀ ਨੇਚਰ ਆਫ ਲੇਬਰ। ਅਤੇ ਨੈਕਸਟ ਹੈਗਾ ਜੀ ਅਨਰੀਅਲਿਸਟਿਕ ਵਿਊ ਆਫ ਦੀ ਨੇਚਰ ਆਫ ਲੇਬਰ, ਕਿ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ ਲੇਬਰ ਆ ਉਹ ਸੰਗਠਿਤ ਨਹੀਂ ਹੁੰਦੀ, ਉਹ ਅਨਪਲਾਇਡ ਹੁੰਦੀ ਆ, ਉਹ ਸਕਿਲਡ ਨਹੀਂ ਹੁੰਦੀ। ਇਸ ਤਰ੍ਹਾਂ ਜ਼ਰੂਰੀ ਨਹੀਂ ਆ ਜਿਹੜੀ ਸਾਡੀ ਲੇਬਰ ਆ ਕਿ ਉਹ ਇਸੇ ਤਰ੍ਹਾਂ ਦੀ ਹੋਵੇ। ਇੰਡੋਨੇਸ਼ੀਆ ਦੇ ਆਪਣੇ ਅਨੁਭਵਾਂ ਦੇ ਆਧਾਰ 'ਤੇ ਪ੍ਰੋਫੈਸਰ ਬੋਇਕੇ ਨੇ ਜਿਹੜਾ ਪ੍ਰਤੀਪਦਨ ਕੀਤਾ ਸੀਗਾ, ਇਹ ਸਿਧਾਂਤ ਦਿੱਤਾ ਸੀਗਾ। ਅਦਰਵਾਈਜ਼ ਮਜ਼ਦੂਰ ਸੰਗਠਿਤ ਵੀ ਹੋ ਸਕਦੇ ਆ ਅਤੇ ਮਜ਼ਦੂਰ ਸਕਿਲਡ ਵੀ ਹੋ ਸਕਦੇ ਆ। ਨੈਕਸਟ ਇਨਕਰੀਜ਼ਿੰਗ ਟਰੈਂਡਸ ਟੂਵਰਡਸ ਅਰਬਨਾਈਜੇਸ਼ਨ। ਪ੍ਰੋਫੈਸਰ ਹਿੰਗਸ ਦੇ ਅਨੁਸਾਰ ਬੋਇਕੇ ਦਾ ਇਹ ਵੀ ਮਤ ਠੀਕ ਨਹੀਂ ਕਿ ਵਿਕਸਿਤ ਦੇਸ਼ ਦੇ ਮਜ਼ਦੂਰ ਗਤੀਸ਼ੀਲ ਹੁੰਦੇ ਆ ਅਤੇ ਉਹ ਹੀ ਮੋਬਾਈਲ ਹੁੰਦੇ, ਉਹ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੇ ਪੇਂਡੂ ਖੇਤਰ ਦੇ ਮਜ਼ਦੂਰ ਆ ਉਹ ਮੋਬਾਈਲ ਹੁੰਦੇ ਆ ਅਤੇ ਉਹ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਆਸਾਨੀ ਨਾਲ ਜਾ ਸਕਦੇ ਆ। ਅਨਰੀਅਲਿਸਟਿਕ, ਇਸ ਨੂੰ ਐਨਾਲਿਸਟ ਨਹੀਂ ਪਲੀਜ਼, ਅਨਰੀਅਲਿਸਟਿਕ ਪੜ੍ਹਿਆ ਜਾਵੇ। ਐਵਰੇਜ ਲੱਗਦੀ ਆ ਨਾ, ਜਿਹੜੇ ਜੋ ਤੁਸੀਂ ਦਿੱਤਾ ਉਹਦੇ ਨੰਬਰਾਂ ਦੇ ਬੇਸਿਸ ਤੇ ਹੀ ਜਿਹੜੇ ਨਹੀਂ ਦਿੱਤੇ ਉਹਦੇ ਨੰਬਰ ਦਿੱਤੇ ਜਾਂਦੇ ਆ। ਸਮਝ ਗਏ? ਜਿਹੜੇ ਨਹੀਂ ਦਿੱਤੇ ਉਹਦੇ ਨੰਬਰ ਮਿਲਨੇ ਆ, ਜੋ ਦਿੱਤੇ ਆ ਉਹਨਾਂ ਦੇ ਨੰਬਰਾਂ ਦੇ ਬੇਸਿਸ ਤੇ। ਜਿੱਦਾਂ ਹੁਣ ਤੁਸੀਂ ਦੇਖੋ, ਮੰਨ ਲਓ ਇਹਨੇ 2 ਪੇਪਰ ਦਿੱਤੇ ਸੀਗੇ। ਅਨਰੀਅਲਿਸਟਿਕ ਕੰਸੈਪਟ ਆਫ ਦੀ ਸਪੈਸੀਫਿਕ ਕਰੈਕਟਰਿਸਟਿਕਸ, ਕੁਛ ਇੱਕ ਵਿਸ਼ੇਸ਼ਤਾਵਾਂ ਜਿਹੜੀਆਂ ਦਿੱਤੀਆਂ ਗਈਆਂ ਪ੍ਰੋਫੈਸਰ ਬੋਇਕੇ ਦੇ ਦੁਆਰਾ ਸਮਾਜਿਕ ਦਵੈਤਵਾਦ ਨਾਲ ਰਿਲੇਟਡ, ਲਾਈਕ ਆਤਮ ਨਿਰਭਰਤਾ ਦਾ ਮਹੱਤਵ ਆ, ਸਮਾਜਿਕ ਲੋੜਾਂ ਨੂੰ ਵਧੇਰੇ ਮਹੱਤਵ ਦਿੱਤਾ। ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਆ ਇਹ ਸਾਰੀਆਂ ਰੀਅਲਿਸਟਿਕ ਨਹੀਂ ਆ, ਥੋੜ੍ਹੀਆਂ ਵਿੱਚ ਅਵਾਸਤਵਿਕ ਧਾਰਨਾਵਾਂ ਜਿਹੜੀਆਂ ਉਹ ਵੀ ਹੈਗੀਆਂ ਕਿ ਲੋਕ ਜੋਖਮ ਤੋਂ ਬਚਦੇ ਆ, ਇਸ ਤਰ੍ਹਾਂ ਨਹੀਂ ਆ। ਉਸ ਤੋਂ ਬਾਅਦ ਪੋਸੀਬਿਲਿਟੀਜ਼ ਆਫ ਟੈਕਨੋਲੋਜੀਕਲ ਡਿਵੈਲਪਮੈਂਟ ਆਰ ਨਾਟ ਲਿਮਟਡ। ਫਿਰ ਇਹ ਵੀ ਪ੍ਰੋਫੈਸਰ ਬੋਇਕੇ ਨੇ ਕਿਹਾ ਸੀਗਾ ਕਿ ਟੈਕਨੋਲੋਜੀ ਬਹੁਤ ਘੱਟ ਡਿਵੈਲਪ ਕਰਦੀ ਆ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ, ਡਿਊਲਿਸਟਿਕ ਕੰਟਰੀਜ਼ ਦੇ ਵਿੱਚ, ਡਿਊਲਿਜ਼ਮ ਜਿੱਥੇ ਪਾਇਆ ਜਾਂਦਾ ਉਹਨਾਂ ਕੰਟਰੀਜ਼ ਦੇ ਵਿੱਚ। ਪਰ ਇਹ ਸੱਚ ਨਹੀਂ ਹੈ। ਪ੍ਰੋਫੈਸਰ ਬੋਇਕੇ ਨੇ ਕਿਹਾ ਕਿ ਜਿਹੜੀ ਟੈਕਨੋਲੋਜੀਕਲ ਡਿਵੈਲਪਮੈਂਟ ਦੀ ਜਿਹੜੀ ਪੋਸੀਬਿਲਿਟੀ ਆ ਉਹ ਹਮੇਸ਼ਾ ਬਣੀ ਰਹਿੰਦੀ ਹੈ। ਉਸ ਤੋਂ ਬਾਅਦ ਇਹ ਟੈਕਨੋਸ ਤੇ ਇਕਨੋਮਿਕ ਐਂਡ ਟੈਕਨੀਕਲ ਬੇਸ ਆਫ ਡਿਊਲਿਜ਼ਮ। ਡਿਊਲਿਜ਼ਮ ਸਿਰਫ ਸੋਸ਼ਲ ਡਿਊਲਿਜ਼ਮ ਨਹੀਂ ਹੁੰਦਾ, ਟੈਕਨੋਲੋਜੀਕਲ ਡਿਊਲਿਜ਼ਮ ਵੀ ਹੋ ਸਕਦਾ, ਜਿਸ ਨੂੰ ਇਹਦੇ ਵਿੱਚ ਪੂਰੀ ਤਰ੍ਹਾਂ ਇਗਨੋਰ ਕੀਤਾ ਗਿਆ। ਲੈਕ ਆਫ ਸਪੈਸੀਫਿਕ ਥਿਊਰੀ, ਬਸ ਇਹਦੇ ਵਿੱਚ ਕੁਝ ਇੱਕ ਵਿਚਾਰ ਜਿਹੜੇ ਪ੍ਰਗਟ ਕੀਤੇ ਗਏ ਆ, ਇੱਕ ਥਿਊਰੀ ਦੀ ਤਰ੍ਹਾਂ ਇਸ ਨੂੰ ਪੇਸ਼ ਨਹੀਂ ਕੀਤਾ ਗਿਆ। ਪ੍ਰੋਫੈਸਰ ਬੋਇਕੇ ਦਾ ਮੰਨਣਾ ਹੈ ਅਲਵਿਕਸ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਰੁਕਾਵਟਾਂ ਦੀ ਖੋਜ ਆਰਥਿਕ ਅਤੇ ਸਮਾਜਿਕ ਵਿਸ਼ਲੇਸ਼ਣ ਦੀ ਪ੍ਰਚਲਿਤ ਕਿਸਮਾਂ ਨਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਫੈਸਰ ਬੋਇਕੇ ਨੇ ਇਸ ਨੂੰ ਇਗਨੋਰ ਕੀਤਾ ਅਤੇ ਇੱਕ ਸਪੈਸੀਫਿਕ ਥਿਊਰੀ ਦੇ ਰੂਪ ਦੇ ਵਿੱਚ ਇਸ ਨੂੰ ਪੇਸ਼ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਸਾਡਾ ਇਹ ਕੰਸੈਪਟ ਖਤਮ ਹੁੰਦਾ। ਕੱਲ੍ਹ ਆਪਾਂ ਕਰਾਂਗੇ ਟੈਕਨੀਕਲ ਡਿਊਲਿਜ਼ਮ। ਥੈਂਕ ਯੂ ਸੋ ਮਚ।